ਹਰਮੀਤ ਨੇ ਲਿਖਿਆ ਹੈ, ਮਾਲਕ ਜੀ ਉਹ ਦਰਸ਼ਨ ਦਿਓ ਜੀ, ਜਿਸ ਨਾਲ ਜਨਮ ਮਰਨ ਦੁੱਖ ਨਾਸੇ। ਕਿਰਪਾ ਕਰੋ ਜੀ, ਤਿਨਹੀਂ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਧ ਨੀਕੀ ਖਟਾਨੀ। ਤਰਸ ਕਰੋ ਜੀ। ਤਰਸ ਕਰਕੇ ਹੀ ਬੋਲਿਆ ਜਾ ਰਿਹਾ ਹੈ। ਬਹੁਤ ਤਰਸ ਆਉਂਦਾ ਹੈ। ਮੋਹ ਦੇ ਜਾਲ ਵਿੱਚ ਫਸਿਆ ਹੋਇਆਂ ਵੱਲ ਵੇਖ ਕੇ ਇਹ ਫਿਰ ਜਾਲ ਜਿਹੜਾ ਹੈ ਨਾ ਹੋਰ ਸੰਘਣਾ ਹੁੰਦਾ ਜਾਂਦਾ। ਜਿੰਨੀ ਜਿੰਨੀ ਉਮਰ ਵੱਧਦੀ ਹੈ ਓਨਾ ਹੀ ਜਾਲ ਸੰਘਣਾ ਅਤੇ ਮਜ਼ਬੂਤ ਹੁੰਦਾ ਜਾਂਦਾ। ਫਿਰ ਨਿਕਲਣਾ ਔਖਾ ਹੋ ਜਾਣਾ। ਅਤੇ ਤੁਸੀਂ ਕਹਿ ਰਹੇ ਹੋ ਨਾ, ਉਹ ਦਰਸ਼ਨ ਦਿਓ ਜਿਸ ਨਾਲ ਜਨਮ ਮਰਨ ਦੁੱਖ ਨਾਸੇ। ਉਹ ਦਰਸ਼ਨ ਉਦੋਂ ਹੁੰਦੇ ਹਨ ਜਦੋਂ ਝੂਠ ਦੇ ਦਰਸ਼ਨ ਦੀ ਆਕਾਂਸ਼ਾ ਨਹੀਂ ਰਹਿ ਜਾਂਦੀ, ਝੂਠ ਨੂੰ ਦੇਖਣ ਦੀ ਚਾਹਤ ਨਹੀਂ ਰਹਿ ਜਾਂਦੀ। ਅਤੇ ਜਿੰਨਾ ਚਿਰ ਝੂਠ ਨੂੰ ਦੇਖਣ ਦੀ ਚਾਹਤ ਹੈ, ਸੁਣਨ ਦੀ ਚਾਹਤ ਹੈ, ਭੋਗਣ ਦੀ ਚਾਹਤ ਹੈ ਨਾ, ਉਹਨਾਂ ਚਿਰ ਝੂਠ ਦੇ ਹੀ ਦਰਸ਼ਨ ਹੁੰਦੇ ਹਨ। ਇਸੇ ਕਾਰਨ ਹੀ ਤਾਂ ਸਤਿਪੁਰਖ ਕਹਿੰਦੇ ਹਨ ਵੀ ਝੂਠ ਵੱਲੋਂ ਧਿਆਨ ਹਟਾਓ। 9 ਦਰ ਠਾਕੇ 10ਵਾਂ ਨਿਜ ਘਰ ਵਾਸਾ ਪਾਇੰਦ। ਇਹ ਜਿਹੜੇ 9 ਦਰਵਾਜ਼ੇ ਹਨ ਨਾ ਸਰੀਰ ਦੇ, ਇੰਦਰੇ ਲੱਗੇ ਹੋਏ, ਇਹ ਬਾਹਰ ਝੂਠ ਵਾਸਤੇ ਹਨ। ਅੱਖਾਂ ਝੂਠ ਨੂੰ ਦੇਖਣ ਵਾਸਤੇ ਬਣੀਆਂ ਹੋਈਆਂ ਹਨ, ਕੰਨ ਝੂਠ ਨੂੰ ਸੁਣਨ ਵਾਸਤੇ ਲੱਗੇ ਹੋਏ ਆ, ਅਤੇ ਸਾਰੇ ਇੰਦਰੇ ਝੂਠ ਨੂੰ ਹੀ ਲੱਗੇ ਹੋਏ, ਝੂਠੇ ਸਰੀਰ ਨੂੰ ਹੀ। ਇਸ ਕਾਰਨ ਕਿਹਾ ਜਾਂਦਾ ਹੈ ਵੀ ਇੰਦਰੀਆਂ ਵੱਲੋਂ ਧਿਆਨ ਹਟਾਓ। ਇੰਦਰੀਆਂ ਨੂੰ ਬੰਦ ਕਰੋ, ਅੱਖਾਂ ਬੰਦ ਕਰੋ, ਬਾਹਰੋਂ ਧਿਆਨ ਹਟਾਓ। ਅਤੇ ਬਾਹਰੋਂ ਧਿਆਨ ਉਦੋਂ ਹਟਦਾ ਹੈ ਜਦੋਂ ਸੰਸਾਰ ਵੱਲੋਂ ਵੈਰਾਗ ਪੈਦਾ ਹੋ ਜਾਵੇ। ਸੰਸਾਰ ਨੂੰ ਦੇਖਣ ਦੀ ਚਾਹਤ, ਸੁਣਨ ਦੀ ਚਾਹਤ, ਭੋਗਣ ਦੀ ਚਾਹਤ ਕੋਈ ਵੀ ਨਾ ਰਹੇ, ਵੈਰਾਗ ਹੋਵੇ। ਅਤੇ ਵੈਰਾਗ ਨੂੰ ਭਗਤ ਫਰੀਦ ਜੀ ਨੇ ਦੇਖੋ ਸੁਲਤਾਨ ਕਿਹਾ ਹੈ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ ਮਸ਼ਾਨ। ਕਹਿੰਦੇ ਜਿਹਦੇ ਅੰਦਰ ਵੈਰਾਗ ਪੈਦਾ ਨਹੀਂ ਨਾ ਹੋਇਆ ਹੈ, ਸਮਝ ਲੈਣਾ ਚਾਹੀਦਾ ਹੈ ਉਹ ਮੁਰਦਾ ਹੈ, ਤੁਰਿਆ ਫਿਰਦਾ, ਉਹਦੇ ਅੰਦਰ ਜੀਵਨ ਨਹੀਂ ਹੈ, ਲਾਸ਼ ਹੈ। ਅਤੇ ਸੰਸਾਰ ਵੱਲੋਂ ਵੈਰਾਗ ਹੋਵੇਗਾ ਅਤੇ ਸੰਸਾਰ ਵੱਲੋਂ ਧਿਆਨ ਹਟੇਗਾ, ਸੰਸਾਰ ਵੱਲੋਂ ਦ੍ਰਿਸ਼ਟੀ ਹਟੇਗੀ, ਅੱਖਾਂ ਬੰਦ ਹੋਣਗੀਆਂ। ਉਹ ਫਿਰ ਤੀਸਰਾ ਨੇਤਰ ਖੁੱਲ੍ਹੇਗਾ ਜਿਹੜਾ ਅੰਦਰ ਨੂੰ ਦੇਖਦਾ ਹੈ। ਅੱਖਾਂ ਇਹ ਬਾਹਰ ਨੂੰ ਦੇਖਦੀਆਂ ਹਨ। ਜਦੋਂ ਬਾਹਰੋਂ ਦੇਖਣ ਦੀ ਆਕਾਂਸ਼ਾ ਖਤਮ ਹੋ ਗਈ ਨਾ, ਫਿਰ ਉਹ ਅੰਦਰਲੀ ਅੱਖ ਖੁੱਲ੍ਹਦੀ ਹੈ ਜਿਹਦੇ ਦੁਆਰਾ ਉਹ ਦੇਖਿਆ ਜਾਂਦਾ ਹੈ। ਅਤੇ ਫਿਰ ਖਿਆਲ ਵਿੱਚ ਰੱਖਿਓ, ਮੈਂ ਵਾਰ-ਵਾਰ ਕਹਿੰਦਾ, ਸੱਚ ਅਤੇ ਝੂਠ ਕਦੇ ਵੀ ਇਕੱਠੇ ਦਿਖਾਈ ਨਹੀਂ ਦਿੰਦੇ ਹਨ। ਐਸਾ ਹੋਇਆ ਨਹੀਂ ਅਤੇ ਹੋ ਵੀ ਨਹੀਂ ਸਕਦਾ ਹੈ। ਅਤੇ ਝੂਠ ਵੱਲ ਵੈਰਾਗ ਹੋ ਗਿਆ, ਸੰਸਾਰ ਵੱਲੋਂ ਜਿਹਨੂੰ ਵੈਰਾਗ ਹੋ ਗਿਆ। ਅਤੇ ਸਤਸੰਗ ਦਾ ਅਰਥ ਵੀ ਇਹੋ ਹੀ ਹੈ, ਪ੍ਰਯੋਜਨ ਵੀ ਇਹੋ ਹੀ ਹੈ। ਭਾਵ ਕਿ ਸੱਤ ਦਾ ਸੰਗ ਉਦੋਂ ਹੀ ਹੋਵੇਗਾ ਨਾ ਜਦੋਂ ਝੂਠ ਦਾ ਅਸੰਗ ਹੋ ਜਾਵੇਗਾ। ਅਤੇ ਜਿਨ੍ਹਾਂ ਨੂੰ ਸੁਣ ਸੁਣ ਕੇ ਥੋੜ੍ਹਾ ਜਿਹਾ ਹੋ ਰਿਹਾ ਹੈ, ਜਿਵੇਂ ਆਹ ਪਹਿਲੇ ਗਰੁੱਪ ਵਿੱਚ ਲਿਖਿਆ ਹੋਇਆ ਹੈ, ਇਤਨੀ ਸ਼ਰਧਾ ਨਹੀਂ ਕਿ ਸਮਰਪਿਤ ਹੋ ਜਾਏ। ਕਹਿੰਦੇ इतनी पक्की नहीं कि संसार से छूट जाए। जीवन बड़ा कठिन हो गया है। अगर संसार दे विच जीना कठिन हो रहा है ना, ਇਹਦਾ ਭਾਵ ਹੈ कि वैराग पैदा हो रहा है। ਤੇ ਵੈਰਾਗ ਤੋਂ ਬਾਅਦ ਜਿਹੜੀ ਸ਼ਰਧਾ ਪੈਦਾ ਹੁੰਦੀ ਹੈ ਨਾ,
ਉਹ ਹੀ ਵਾਸਤਵਿਕ ਹੈ। ਇਹ ਗੱਲ ਖਿਆਲ ਵਿੱਚ ਰੱਖਿਓ। ਜਿਨ੍ਹਾਂ ਨੂੰ ਸ਼ਰਧਾ ਆਪਣੇ ਗੁਰੂਆਂ 'ਤੇ, ਪੀਰਾਂ 'ਤੇ, ਕਈ ਸਾਧੂ ਮਹਾਤਮਾ 'ਤੇ ਵੀ ਸ਼ਰਧਾ ਕਰਦੇ ਹਨ, ਤਾਂ ਉਹਨਾਂ ਨੂੰ ਵੈਰਾਗ ਪੈਦਾ ਨਹੀਂ ਹੋਇਆ ਹੈ, ਬਲਕਿ ਕਈਆਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਅਤੇ ਉਹਨਾਂ ਨੂੰ ਸ਼ਰਧਾ ਹੋ ਗਈ, ਕਾਮਨਾ ਪੂਰੀ ਹੋ ਗਈ, ਸ਼ਰਧਾ ਹੋ ਗਈ, ਜੋ ਚਾਹਿਆ ਸੀ ਮਿਲ ਗਿਆ, ਸ਼ਰਧਾ ਹੋ ਗਈ, ਦੁੱਖ ਸੁੱਖ ਨਹੀਂ ਆਏ ਬਹੁਤੇ ਜੀਵਨ ਦੇ ਵਿੱਚ, ਸ਼ਰਧਾ ਹੋ ਗਈ। ਇਹ ਸਭ ਸ਼ਰਧਾਵਾਂ ਝੂਠ ਹਨ। ਸੱਚੀ ਸ਼ਰਧਾ ਉਦੋਂ ਪੈਦਾ ਹੁੰਦੀ ਹੈ ਗੁਰੂ 'ਤੇ ਜਦੋਂ ਸੰਸਾਰ ਪ੍ਰਤੀ ਵੈਰਾਗ ਹੋ ਜਾਵੇ। ਇਹ ਗੱਲ ਖਿਆਲ ਵਿੱਚ ਰੱਖਿਓ, ਕਿਉਂਕਿ ਗੁਰੂ ਸੱਤ ਵੱਲ ਖੜ੍ਹਾ ਹੈ, ਅਤੇ ਜਿਹੜਾ ਵੀ ਗੁਰੂ ਵੱਲ ਆਵੇਗਾ, ਗੁਰਮੁਖ ਹੋਵੇਗਾ, ਉਹਨੂੰ ਸੰਸਾਰ ਵੱਲੋਂ ਤਾਂ ਵੈਰਾਗ ਹੋਵੇਗਾ ਹੀ ਨਾ, ਤਾਂ ਹੀ ਆਵੇਗਾ। ਅਤੇ ਜਿੰਨਾ ਜਿੰਨਾ ਵੈਰਾਗ ਹੋਵੇਗਾ ਉਨੀ ਉਨੀ ਹੀ ਸ਼ਰਧਾ ਹੋਵੇਗੀ। ਅਤੇ ਸਤਸੰਗ ਦੁਆਰਾ ਪਹਿਲਾਂ ਵੈਰਾਗ ਹੀ ਹੁੰਦਾ ਹੈ। ਅਤੇ ਜਿਹੜੀ ਸਤਸੰਗ ਸੁਣਦੇ ਹਨ ਲੋਕ, ਜਿਹਨੂੰ ਕਹਿੰਦੇ ਹਨ, ਅਗਰ ਕਿਸੇ ਨੂੰ ਵੈਰਾਗ ਨਹੀਂ ਨਾ ਹੋ ਰਿਹਾ ਹੈ ਤਾਂ ਸਮਝ ਲੈਣਾ ਚਾਹੀਦਾ ਉਹ ਸਤਸੰਗ ਨਹੀਂ ਹੈ, ਉਹ ਝੂਠ ਦਾ ਹੀ ਸੰਗ ਹੈ। ਜੋ ਝੂਠ ਨਾਲੋਂ ਤੋੜ ਨਹੀਂ ਨਾ ਰਿਹਾ ਹੈ। ਸੱਤ ਦਾ ਜਿਹੜਾ ਸੰਗ ਹੈ ਝੂਠ ਨਾਲੋਂ ਤੋੜੇਗਾ, ਉਹਦੇ ਨਾਲ ਵੈਰਾਗ ਪੈਦਾ ਹੋਵੇਗਾ। ਅਤੇ ਜਿਨ੍ਹਾਂ ਨੂੰ ਵੈਰਾਗ ਪੈਦਾ ਹੋ ਰਿਹਾ ਹੈ ਉਹ ਬੜੇ ਵਡਭਾਗੀ ਹਨ। ਬਲਕਿ ਕਈਆਂ ਨੂੰ ਵੈਰਾਗ ਪੈਦਾ ਹੁੰਦਾ ਹੈ ਨਾ ਸੁਣ ਸੁਣ ਕੇ, ਉਹ ਸੁਣਨੋਂ ਹੀ ਹਟ ਜਾਂਦੇ ਹਨ, ਡਰ ਜਾਂਦੇ ਹਨ। ਜੀਵਨ ਵੀ ਕਠਿਨ ਹੋ ਜਾਂਦਾ ਹੈ ਨਾ, ਫਿਰ ਸੰਸਾਰ ਦੇ ਵਿੱਚ ਜੀਣਾ ਵੀ ਕਠਿਨ ਹੋ ਜਾਂਦਾ ਹੈ। ਇਹੋ ਹੀ ਤਪੱਸਰਿਆ ਹੈ। ਹੁਣ ਜਿਨ੍ਹਾਂ ਨੂੰ ਵੈਰਾਗ ਪੈਦਾ ਹੋ ਰਿਹਾ ਹੈ, ਕਈ ਕਹਿੰਦੇ ਵੀ ਹਨ ਵੀ ਸਾਡਾ ਕਿਤੇ ਰਿਸ਼ਤੇਦਾਰੀ 'ਤੇ ਆਉਣ ਜਾਣ ਨੂੰ ਚਿੱਤ ਨਹੀਂ ਕਰਦਾ, ਮਿਲਣ ਨੂੰ ਚਿੱਤ ਨਹੀਂ ਕਰਦਾ ਹੈ, ਕਿਤੇ ਰਿਸ਼ਤੇਦਾਰ ਨੂੰ ਟੈਲੀਫੋਨ ਕਰਨ ਨੂੰ ਚਿੱਤ ਨਹੀਂ ਕਰਦਾ, ਬਲਕਿ ਪਰਿਵਾਰਕ ਮੈਂਬਰਾਂ ਨੂੰ ਬੁਲਾਉਣ ਨੂੰ ਵੀ ਚਿੱਤ ਨਹੀਂ ਕਰਦਾ ਹੈ। ਅਤੇ ਉਹਨਾਂ ਦਾ ਕਿਤਨਾ ਕਠਿਨ ਨਾ ਹੋ ਜਾਵੇਗਾ ਸੰਸਾਰ ਦੇ ਵਿੱਚ ਜੀਣਾ, ਕੋਈ ਚੰਗਾ ਥੋੜ੍ਹੀ ਸਮਝੇਗਾ। ਅਤੇ ਉਹ ਸੋਚਣਗੇ ਪਹਿਲਾਂ ਹੀ ਠੀਕ ਸੀ, ਸੁਣ ਸੁਣ ਕੇ ਤਾਂ ਉਲਟਾ ਕੰਮ ਹੋ ਗਿਆ, ਹੋਰ ਦੁਖੀ ਹੋ ਗਏ, ਪਰੇਸ਼ਾਨ ਹੋ ਗਏ, ਤਾਂ ਪਹਿਲਾਂ ਪਰੇਸ਼ਾਨੀਆਂ ਆਉਣਗੀਆਂ। ਸੰਸਾਰਿਕ ਲੋਕ ਵੀ ਦੁਤਕਾਰਨਗੇ, ਪਰ ਕੋਈ ਚੱਲਦਾ ਹੀ ਰਵੇ ਗੁਰੂ ਵੱਲ ਨੂੰ ਜਾਂ ਸੱਤ ਵੱਲ ਨੂੰ, ਤਾਂ ਉਹਦਾ ਵੈਰਾਗ ਵੱਧਦਾ ਰਹੇਗਾ। ਅਤੇ ਵੈਰਾਗ ਜਦੋਂ ਪੂਰਾ ਹੋਵੇਗਾ ਨਾ, ਫਿਰ ਤੁਸੀਂ ਰਹਿ ਨਹੀਂ ਸਕਦੇ ਸੰਸਾਰ ਵਿੱਚ। ਫਿਰ ਤੁਹਾਨੂੰ ਲੱਗੇਗਾ ਵੀ ਬਿਲਕੁਲ ਝੂਠ ਹੈ, ਸਭ ਝੂਠੇ ਚਿਹਰੇ ਹਨ, ਸਭ ਦਿਖਾ ਰਹੇ ਹਨ, ਸਭ ਸਵਾਰਥੀ ਹਨ, ਕੋਈ ਕਿਸੇ ਦਾ ਨਹੀਂ ਹੈ। ਤੁਹਾਨੂੰ ਵਾਸਤਵਿਕ ਸੰਸਾਰ ਦਾ ਸਰੂਪ ਦਿਖੇਗਾ। ਸਤਸੰਗ ਦੁਆਰਾ ਸੰਸਾਰ ਦਾ ਵਾਸਤਵਿਕ ਸਰੂਪ ਦਿਖਦਾ ਹੈ। ਪਹਿਲਾਂ ਜਿਵੇਂ ਕ੍ਰਿਸ਼ਨ ਨੇ ਅਰਜਨ ਨੂੰ ਦਿਖਾਇਆ ਸੀ, ਵਿਰਾਟ ਸਰੂਪ ਜਿਹਨੂੰ ਕਹਿੰਦੇ ਹਨ, ਉਹ ਸੰਸਾਰ ਦਾ ਹੀ ਹੈ। ਮੌਤ ਖਾ ਰਹੀ ਹੈ, ਚੱਬ ਰਹੀ ਹੈ, ਦੰਦਾਂ ਦੇ ਥੱਲੇ ਪਿਸ ਰਹੇ ਹਨ ਲੋਕ, ਅਰਜੁਨ ਨੇ ਦੇਖਿਆ। ਉਹ ਵਾਸਤਵਿਕ ਸਰੂਪ ਕ੍ਰਿਸ਼ਨ ਨੇ ਦਿਖਾਇਆ ਅਰਜਨ ਨੂੰ। ਅਤੇ ਅਰਜਨ ਨੇ ਦੇਖਿਆ, ਕਿਵੇਂ ਦੇਖਿਆ? ਸਤਸੰਗ ਦੁਆਰਾ, ਭਾਵ ਕਿ ਸੁਣ ਸੁਣ ਕੇ ਅਸਰ ਹੋਇਆ ਅਤੇ ਵਾਸਤਵਿਕ ਸਰੂਪ ਸੰਸਾਰ ਦਾ ਦਿਖਿਆ। ਅਤੇ ਪਹਿਲਾਂ ਵਾਸਤਵਿਕ ਸਰੂਪ ਸੰਸਾਰ ਦਾ ਦੇਖਣਾ ਹੈ, ਤਾਂ ਹੀ ਸੰਸਾਰ ਤੋਂ ਹਟੋਗੇ ਨਾ, ਫਿਰ ਹੀ ਵੈਰਾਗ ਪੈਦਾ ਹੋਵੇਗਾ ਨਾ। ਫਿਰ ਜਿਨ੍ਹਾਂ ਨੂੰ ਪੂਰਾ ਵੈਰਾਗ ਪੈਦਾ ਹੋ ਜਾਂਦਾ ਹੈ ਉਹ ਵਾਪਸ ਨਹੀਂ ਮੁੜਦੇ ਹਨ। ਧਰੂ ਹੋਏ ਜਿਨ੍ਹਾਂ ਨੂੰ ਛੋਟੀ ਉਮਰ 'ਚ ਵੈਰਾਗ ਹੋ ਗਏ, ਵਾਪਸ ਤਾਂ ਨਹੀਂ ਮੁੜੇ। ਜੰਗਲ 'ਚ ਦੇਖੋ ਕਿੰਨਾ ਕਠਿਨ ਸੀ, ਗੋਪੀ ਚੰਦ ਹੋਏ, ਸਮਰਾਟ ਸੀ, ਕਿੰਨੀ ਸੁੱਖ ਸੁਵਿਧਾ ਦੇ ਵਿੱਚ ਰਹਿੰਦੇ, ਵਾਪਸ ਨਹੀਂ ਮੁੜੇ। ਗੌਤਮ ਬੁੱਧ ਦੇਖੋ
ਜੰਗਲ ਦੇ ਵਿੱਚ ਭਟਕਦੇ ਰਹੇ ਭੁੱਖੇ ਪਿਆਸੇ। ਝੂਠਾ ਵੈਰਾਗ ਹੁੰਦਾ ਤੇ ਵਾਪਸ ਮੁੜ ਜਾਂਦੇ, ਇੰਨੀ ਸੁੱਖ ਸੁਵਿਧਾ ਦੇ ਵਿੱਚ ਰਹੇ ਸੀ। ਬਾਬਾ ਅਮਰਦਾਸ ਜੀ, ਰਾਮਦਾਸ ਜੀ ਦੇਖੋ ਵਾਪਸ ਨਹੀਂ ਮੁੜੇ, ਬੁਢੇਪੇ ਦੇ ਵਿੱਚ ਸੇਵਾ ਕਰ ਰਹੇ ਹਨ। ਘਰ ਦੇ ਵਿੱਚ ਕਿੰਨੀ ਸੁੱਖ ਸੁਵਿਧਾ ਹੋਵੇਗੀ, ਬੈਠਿਆਂ ਬਿਠਾਇਆਂ ਨੂੰ ਸਭ ਕੁਛ ਮਿਲਦਾ, ਨਵਾਂ ਸੇਵਾ ਕਰਦੀਆਂ ਹੋਣਗੀਆਂ, ਪਰ ਉੱਥੇ ਪਾਣੀ ਢੋਣਾ ਪੈ ਰਿਹਾ ਹੈ, ਫਿਰ ਸਤਿਕਾਰ ਵੀ ਨਹੀਂ ਮਿਲ ਰਿਹਾ ਹੈ। ਤੇ ਕਿੰਨਾ ਕਠਿਨ ਨਾ ਹੁੰਦਾ ਹੋਵੇਗਾ ਸੇਵਾ ਕਰਨੀ, ਬਹੁਤ ਬਿਰਧ ਅਵਸਥਾ ਦੇ ਵਿੱਚ। ਫਿਰ ਅੱਧੀ ਰਾਤ ਤੋਂ ਸ਼ੁਰੂ ਕਰ ਦਿੰਦੇ ਸੀ ਪਾਣੀ ਢੋਣਾ, ਤਾਂ ਉਹਨਾਂ ਨੂੰ ਵਾਸਤਵਿਕ ਵੈਰਾਗ ਹੋ ਗਿਆ। ਤੇ ਜਿਨ੍ਹਾਂ ਨੂੰ ਝੂਠਾ ਵੈਰਾਗ ਹੁੰਦਾ ਹੈ, ਅਧੂਰਾ ਵੈਰਾਗ ਹੁੰਦਾ ਹੈ ਕਹਿ ਲਈਏ, ਉਹ ਫਿਰ ਵਾਪਸ ਮੁੜ ਜਾਂਦੇ ਆ। ਵੈਰਾਗ ਪੂਰਾ ਹੋ ਲੈਣ ਦਿਓ, ਘਬਰਾਓ ਨਾ। ਅਗਰ ਸੰਸਾਰ ਦੇ ਵਿੱਚ ਜੀਵਨ ਕਠਿਨ ਹੋ ਰਿਹਾ ਹੈ ਨਾ, ਤੇ ਧੰਨ ਭਾਗੀ ਸਮਝੋ ਆਪਣੇ ਆਪ ਨੂੰ ਤੁਸੀਂ, ਜਿਨ੍ਹਾਂ ਦਾ ਵੀ ਐਸਾ ਹੋ ਰਿਹਾ ਹੈ ਵੀ ਹੁਣ ਜੀ ਨਹੀਂ ਕਰਦਾ ਹੈ ਸੰਸਾਰ ਵਿੱਚ। ਤੇ ਜਿਨ੍ਹਾਂ ਦਾ ਅਧੂਰਾ ਵੈਰਾਗ ਹੁੰਦਾ ਹੈ, ਉਹ ਸੰਸਾਰਿਕ ਲੋਕਾਂ ਦੀਆਂ ਗੱਲਾਂ ਮੰਨ ਵੀ ਲੈਂਦੇ ਹਨ। ਪਰ ਜਿਨ੍ਹਾਂ ਨੂੰ ਪੂਰਾ ਹੁੰਦਾ ਹੈ ਵੈਰਾਗ, ਬਿਰਹਾ ਬਿਰਹਿ ਪੋਇੰਗਮ ਮਨ ਬਸੈ ਮੰਤ ਨ ਮਾਨੇ ਕੋਇ, ਰਾਮ ਵਿਯੋਗੀ ਨਾ ਜੀਏ ਜੀਏ ਤੋ ਬੋਰਾ ਹੋਏ। ਕਹਿੰਦੇ ਹਨ ਵੀ ਉਹ ਕਿਸੇ ਦੀ ਮੰਨਦਾ ਨਹੀਂ ਹੈ ਉਪਦੇਸ਼ ਮੰਤਰ ਸੰਸਾਰਿਕ ਲੋਕਾਂ ਦਾ, ਉਹ ਫਿਰ ਬੋਰਾ ਹੋ ਜਾਂਦਾ ਸੰਸਾਰਿਕ ਲੋਕਾਂ ਵੱਲ। ਜਿਹੜਾ ਲੋਕਾਂ ਦੀ ਸੰਸਾਰਿਕ ਲੋਕਾਂ ਦੀ ਸਲਾਹ ਨਹੀਂ ਮੰਨਦਾ ਹੈ, ਤੁਸੀਂ ਦੇਖਿਓ ਉਹਨੂੰ ਬੋਰਾ ਕਹਿਣਾ ਸ਼ੁਰੂ ਕਰ ਦੇਣਗੇ, ਪਗਲਾ, ਕਮਲਾ, ਬੇਸਮਝ। ਤਾਂ ਸੰਸਾਰਿਕ ਲੋਕ ਸਲਾਹ ਕੀ ਦਿੰਦੇ ਹਨ? ਆਪਣੇ ਪਰਿਵਾਰ ਦਾ ਧਿਆਨ ਰੱਖ, ਬੱਚਿਆਂ ਦਾ ਧਿਆਨ ਰੱਖ, ਕਾਰੋਬਾਰ ਦਾ ਧਿਆਨ ਰੱਖ। ਬੱਚਿਆਂ ਨੂੰ ਕਹਿਣਗੇ ਖੂਬ ਪੜ੍ਹ, ਤਰੱਕੀਆਂ ਕਰ। ਸੰਸਾਰਿਕ ਲੋਕ ਜੋ ਕਹਿੰਦੇ ਹਨ, ਖੂਬ ਧਨ ਕਮਾ, ਕਿਸੇ ਪਦਵੀ 'ਤੇ ਪਹੁੰਚ। ਅਤੇ ਜਿਹੜਾ ਨਹੀਂ ਸੁਣਦਾ ਹੈ ਨਾ ਉਹਨਾਂ ਦੀ, ਤਾਂ ਉਹਨੂੰ ਫਿਰ ਕਮਲਾ ਕਹਿੰਦੇ ਹਨ। ਕਿਹਾ ਹੀ ਸੀ ਨਾ ਬਾਬੇ ਨਾਨਕ ਨੂੰ, ਉਹ ਸੰਸਾਰਿਕ ਲੋਕਾਂ ਦੀ ਸੁਣ ਹੀ ਨਹੀਂ ਰਹੇ ਹਨ। ਨਾ ਉਹ ਕੋਈ ਬਿਜ਼ਨਸ ਕਰ ਰਹੇ ਹਨ, ਨਾ ਖੇਤੀ ਕਰ ਰਹੇ ਹਨ, ਨਾ ਕੋਈ ਧੰਦਾ ਕਰਦੇ ਹਨ। ਤਾਂ ਉਹਨਾਂ ਨੂੰ ਦੀਵਾਨਾ ਬੌਰਾਨਾ ਕਿਹਾ ਹੀ ਹੈ ਨਾ, ਸ਼ਬਦ ਵੀ ਹੈ ਐਸਾ ਇੱਕ, ਪਾਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਅਤੇ ਸੰਸਾਰ ਵੱਲੋਂ ਬੌਰੇ ਹੋਣਾ ਬਹੁਤ ਕਠਿਨ ਹੈ। ਸੰਸਾਰ ਦੇ ਵਿੱਚ ਰਹਿੰਦੇ ਹਾਂ, ਕਿਉਂਕਿ ਹਰ ਇੱਕ ਆਦਮੀ ਸਤਿਕਾਰ ਚਾਹੁੰਦਾ ਹੈ, ਆਦਰ ਚਾਹੁੰਦਾ ਹੈ, ਮਾਣ ਚਾਹੁੰਦਾ ਹੈ, ਨਹੀਂ ਤਾਂ ਸੰਸਾਰ ਦੇ ਵਿੱਚ ਰਹਿ ਨਹੀਂ ਸਕਦਾ। ਇਸੇ ਕਾਰਨ ਹੀ ਸੰਸਾਰ ਦੇ ਨਾਲ ਆਦਮੀ ਜੁੜਿਆ ਰਹਿੰਦਾ ਹੈ। ਭਾਵੇਂ ਝੂਠਾ ਹੀ ਆਦਰ ਦੇ ਰਹੇ ਹਨ ਸੰਸਾਰੀ ਲੋਕ, ਸੱਚਾ ਕੌਣ ਦਿੰਦਾ ਹੈ? ਝੂਠਾ ਹੀ ਪਿਆਰ ਕਰ ਰਹੇ ਹਨ। ਚਲੋ ਕਹਿੰਦੇ ਝੂਠਾ ਵੀ ਮਿਲ ਰਿਹਾ ਹੈ, ਇੰਨੇ 'ਚ ਹੀ ਮਨ ਤ੍ਰਿਪਤ ਰਹਿੰਦਾ। ਅਤੇ ਸਭ ਕੁਝ ਝੂਠ ਹੈ। ਜਦੋਂ ਸੰਸਾਰ ਝੂਠ ਹੈ, ਇਹਦੇ 'ਚ ਪ੍ਰੇਮ ਕਿਵੇਂ ਸੱਚ ਹੋ ਜਾਊਗਾ? ਤੁਹਾਡਾ ਆਦਰ ਮਾਣ ਕਿਵੇਂ ਸੱਚ ਹੋ ਜਾਊਗਾ? ਸੁੱਤੇ ਹੋਏ ਲੋਕ ਆਦਰ ਮਾਣ ਕਰ ਰਹੇ ਹਨ, ਤੋ ਸੱਚ ਥੋੜ੍ਹੀ ਹੈ, ਸਭ ਕੁਛ ਝੂਠ ਹੈ। ਪਰ ਜਦੋਂ ਝੂਠ ਝੂਠ ਦੀ ਤਰ੍ਹਾਂ ਦਿਖਾਈ ਦੇਣ ਲੱਗ ਜਾਵੇਗਾ ਨਾ, ਇਹ ਨਕਲੀ ਪਿਆਰ ਦਿਖਾਈ ਦੇਣ ਲੱਗ ਜਾਵੇਗਾ ਤੁਹਾਨੂੰ, ਨਕਲੀ ਆਦਰ ਮਾਣ ਸਤਿਕਾਰ ਦਿਖਾਈ ਦੇਣ ਲੱਗ ਜਾਵੇਗਾ ਤੁਹਾਨੂੰ ਵੈਰਾਗ ਪੈਦਾ ਹੋਵੇਗਾ ਕਿ ਸਭ ਕੁਛ ਨਕਲੀ ਹੈ, ਇੱਥੇ ਅਸਲੀ ਨਹੀਂ ਹੈ। ਸੰਸਾਰ ਵਿੱਚ ਕੁਝ ਵੀ ਅਸਲੀ ਤੇ ਪਰਮਾਤਮਾ ਹੈ। ਅਤੇ ਸੰਸਾਰ ਨੂੰ ਇਸੇ ਕਰਕੇ ਨਕਲ ਕਿਹਾ ਹੈ ਨਾ। ਡਰਾਮਾ ਬਾਜੀਗਰ ਦਾ ਖੇਲ ਨਕਲੀ ਹੁੰਦਾ ਹੈ ਨਾ, ਅਤੇ ਨਕਲੀ ਹੈ, ਵਾਸਤਵਿਕ ਨਹੀਂ ਹੈ। ਅਤੇ ਜਿਹਨੂੰ ਨਕਲੀ ਦਿਖਾਈ ਦੇਣ ਲੱਗ ਜਾਵੇ, ਉਹ ਧੰਨ ਭਾਗੀ ਹੈ, ਉਹਦੀ ਅੱਖ ਖੁੱਲ੍ਹਣ ਲੱਗ ਪਈ। ਖਿਆਲ ਵਿੱਚ ਰੱਖਿਓ, ਮੇਰੀ ਉਲਟੀ ਗੱਲ ਹੈ। ਮੈਂ ਕਹਿੰਦਾ ਹਾਂ ਤੁਸੀਂ ਪਰਮਾਤਮਾ ਨੂੰ ਦੇਖਣ ਦੀ ਆਕਾਂਸ਼ਾ ਛੱਡੋ, ਤੁਸੀਂ ਸੰਸਾਰ ਦੀ ਸੱਚਾਈ ਦੇਖ ਲਓ। ਹੁਣ ਜਿਹਨੂੰ ਤੁਸੀਂ ਦੇਖ ਸਕਦੇ ਹੋ,
ਉਹਨੂੰ ਤੇ ਵਾਸਤਵਿਕ ਦੇਖ ਲਓ ਨਾ, ਪਰਮਾਤਮਾ ਨੂੰ ਤੇ ਨਹੀਂ ਦੇਖ ਸਕਦੇ ਹਾਲੇ, ਸੰਸਾਰ ਨੂੰ ਤੇ ਦੇਖ ਸਕਦੇ ਨਾ। ਸੰਸਾਰ ਦਾ ਵਾਸਤਵਿਕ ਸਰੂਪ ਦੇਖੋ ਪਹਿਲਾਂ, ਉਹ ਮੈਂ ਦਿਖਾ ਰਿਹਾ ਹਾਂ ਵਾਰ-ਵਾਰ ਤੁਹਾਨੂੰ। ਇਸੇ ਕਾਰਨ ਹੀ ਇਹ ਰਿਕਾਰਡਿੰਗਾਂ ਦੇ ਵਿੱਚ ਵਾਰ-ਵਾਰ ਮੈਂ ਕਹਿੰਦਾ ਹੈ ਝੂਠ ਹੈ, ਅਸੱਤ ਹੈ, ਭਈ ਤੁਸੀਂ ਦੇਖੋ ਤੇ ਸਹੀ ਅੱਖਾਂ ਘੇੜ ਕੇ, ਸੁਚੇਤ ਹੋ ਕੇ। ਜਿਨ੍ਹਾਂ ਨੇ ਦੇਖਿਆ ਸੀ ਉਹਨਾਂ ਨੇ ਕਿਹਾ ਸੀ ਨਾ, ਇਹ ਜਗ ਧੂਏ ਕਾ ਪਹਾੜ ਤੈਂ ਸਾਚਾ ਜਾਣੇ। ਤੇ ਧੂਏ ਦਾ ਪਹਾੜ ਹੈ, ਜਿਵੇਂ ਨਾਲ ਨਾਲ ਮਿਟਦਾ ਰਹਿੰਦਾ ਹੈ, ਬਣਦਾ ਰਹਿੰਦਾ, ਇੱਦਾਂ ਸੰਸਾਰ ਮਿਟ ਰਿਹਾ ਹੈ ਨਾਲੋਂ ਨਾਲ। ਤੇ ਵਾਸਤਵਿਕ ਇੱਥੇ ਕੁਛ ਵੀ ਨਹੀਂ ਹੈ। ਫਿਰ ਵੀ ਦੇਖੋ ਕਿੰਨਾ ਲਗਾਵ ਹੈ, ਕਿੰਨੀ ਪਕੜ ਹੈ, ਮੋਹ ਹੈ, ਇਹਨੂੰ ਹੀ ਮਾਇਆ ਕਿਹਾ ਹੈ। ਤੇ ਜਿਹਨੂੰ ਵੈਰਾਗ ਹੋਵੇਗਾ ਨਾ, ਉਹ ਹੀ ਮਾਇਆ ਤੋਂ ਛੁੱਟੇਗਾ। ਜਿਹੜੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗਦੀ, ਭਾਉਂਦੀ ਨਹੀਂ ਹੈ, ਬਿਲਕੁਲ ਬੇਕਾਰ ਲੱਗਦੀ ਹੈ, ਸੜੀ ਹੋਈ, ਉੱਥੋਂ ਤੁਸੀਂ ਹਟਦੇ ਹੀ ਹੋ ਨਾ। ਇਸ ਤਰ੍ਹਾਂ ਹੀ ਵਾਸਤਵਿਕ ਰੂਪ ਸੰਸਾਰ ਦਾ ਦੇਖੋਗੇ ਤੇ ਤੁਸੀਂ ਹਟੋਗੇ, ਤੁਹਾਡੇ ਅੰਦਰ ਵੈਰਾਗ ਪੈਦਾ ਹੋਵੇਗਾ। ਤੇ ਜਿੰਨਾ ਅੰਦਰ ਹੋ ਰਿਹਾ ਹੈ ਨਾ, ਉਹ ਡਰਨ ਦੀ ਲੋੜ ਨਹੀਂ ਹੈ। ਪਰਮਾਤਮਾ ਦੀ ਬਖਸ਼ਿਸ਼ ਹੋ ਰਹੀ ਹੈ, ਤੁਹਾਡੇ 'ਤੇ ਕਿਰਪਾ ਹੋ ਰਹੀ ਹੈ। ਡਰੋ ਨਾ, ਸੰਸਾਰ ਤੋਂ ਡਰਨ ਦੀ ਲੋੜ ਨਹੀਂ ਹੈ। ਪਰਮਾਤਮਾ ਦੀ ਬਖਸ਼ਿਸ਼ ਹੋ ਰਹੀ ਹੈ ਤੇ ਸੰਸਾਰ ਵੱਲ ਵੈਰਾਗ ਹੋਵੇਗਾ, ਦੇਖਣ ਨੂੰ ਚਿੱਤ ਨਾ ਕਰੇਗਾ ਤੁਹਾਡਾ, ਤੇ ਆਪਣੇ ਆਪ ਧਿਆਨ ਹਟੇਗਾ ਤੇ ਆਪਣੇ ਆਪ ਹੀ ਸੱਤ ਵਿੱਚ ਲੱਗੇਗਾ। ਖਿਆਲ ਵਿੱਚ ਰੱਖੋ ਕਿੰਨਾ ਸਖਾਲਾ ਹੈ। ਇਹੋ ਹੀ ਸਤਿਪੁਰਖ ਕਹਿੰਦੇ ਰਹੇ ਹਨ ਸਦੀਆਂ ਤੋਂ। ਤੇ ਜਦੋਂ ਤੁਹਾਡਾ ਜੀਣ ਨੂੰ ਚਿੱਤ ਹੀ ਨਾ ਕਰੇਗਾ ਸੰਸਾਰ ਵਿੱਚ, ਫਿਰ ਤੁਸੀਂ ਸੱਤ ਵੱਲ ਆਓਗੇ। ਫਿਰ ਸੱਤ ਨੂੰ ਦੇਖੋਗੇ ਨਹੀਂ, ਸੱਤ ਵਿੱਚ ਜੀਓਗੇ, ਸੱਤਵਾਦੀ ਜੀਵਨ ਹੋਵੇਗਾ। ਤੇ ਵੈਰਾਗ ਨੂੰ ਹੋਣ ਦਿਓ, ਵਧਣ ਦਿਓ। ਜਦੋਂ ਇੱਕ ਛਿਨ ਵਾਸਤੇ ਸੰਸਾਰ 'ਚ ਨਾ ਰਹਿ ਸਕੇ ਨਾ, ਉਦੋਂ ਸ਼ਰਧਾ ਹੋਵੇਗੀ।